अपनी अज इस रिपोर्ट ਨੂੰ मैं अपनी पिछली रिपोर्ट ਦੇ ਵਿੱਚ ਜਿੱਥੇ मैं पॉइंट ਤੇ ਛੱਡੀ ਸੀ ਗੱਲਬਾਤ ਉੱਥੋਂ ਹੀ ਸ਼ੁਰੂ ਕਰਾਂਗਾ। ਚੈਨਲ ਰਿਤੇਸ਼ ਲੱਖੀ ਅਨਪਲੱਗ ਦੇ ਵਿੱਚ ਸਾਡੀ ਗੱਲਬਾਤ ਜਿਹੜੀ ਸੀ ਉਹ ਹੋ ਰਹੀ ਸੀ ਰਾਜੀਵ ਲੌਂਗੋਵਾਲ ਅਕॉर्ड, ਉਹ ਸਮਝੌਤਾ ਜੋ ਕਿ 24 ਜੁਲਾਈ 1985 ਨੂੰ ਸਾਈਨ ਕੀਤਾ ਗਿਆ। ਕੀ ਮੁਸ਼ੱਕਤ, ਕਿੰਨੀ ਮਿਹਨਤ ਤੇ ਦੋ ਲੀਡਰਾਂ ਦਾ ਇੱਕ ਵਿਜ਼ਨ ਸੀ ਜੋ ਕਿ ਇਸ ਸਮਝੌਤੇ ਨੂੰ ਇੱਕ ਕਾਗਜ਼ੀ ਰੂਪ ਦੇਣ ਵਿੱਚ ਕਾਮਯਾਬ ਹੋਇਆ। ਲੇਕਿਨ ਇਸ ਤੋਂ ਬਾਅਦ ਕੀ ਕਾਰਨ ਰਹੇ ਵੀ ਇਹ ਸਮਝੌਤਾ ਸਿਰੇ ਨਹੀਂ ਚੜ ਪਾਇਆ, ਉਸ ਨੂੰ ਘੋਖਣ ਦੀ ਕੋਸ਼ਿਸ਼ ਸਾਡੀ ਅੱਜ ਦੀ ਇਸ ਰਿਪੋर्ट ਦੇ ਵਿੱਚ ਹੈ। तो ये दूसरा पार्ट है राजीव लौंगोवाल अकॉर्ड क्यों फेल होया, उस पूरी लड़ी का जो कि पिछले एपीसोड तो चलती आ रही है। सो अज की गलबात शुरू करते हैं असी 18 अगस्त तो, जिवें पहला जिक्र किया सी भी 18 अगस्त 1985 के विच ऐलान करता जाता, सितंबर के विच पंजाब दे विच आम चोण 1980 तो बाद होने होंदे ने, लेकिन 20 अगस्त को संत लौंगोवाल होना की हत्या करती जाती है। संत लौंगोवाल होना की हत्या तो बाद भी बहुत सी ऐसिया कोशिशें रहिंदियां ने, तो यह हत्या एक सैटबैक जरूर होंदा है, लेकिन इसने उस जिहड़ा समझौता है उसनूं मुढ़ले सिरे तो खारज नहीं करता हुंदा, क्योंकि संत लौंगोवाल तो बाद सुरजीत सिंह बरनाला एक ऐसे लीडर होंदे ने जो कि वो मॉडरेट अकाली लीडर होंदे ने जो कि इस समझौते नूं या इस अकॉर्ड नूं अगे ले जाण दी समर्था रखते होंदे ने। सो सितंबर 1985 ਦੇ ਵਿੱਚ पंजाब ਦੇ ਵਿੱਚ विधान सभा चोण ਹੁੰਦੇ ਨੇ ਤੇ ਇਸ ਵਿੱਚ कई धिरां हिस्सा ਲੈਂਦੀਆਂ ਨੇ। हालांकि ये उस वक्त दौर ਹੁੰਦਾ है ਜਦੋਂ कि खाड़कूवाद ਤੇ ਮਿਲੀਟੈਂਸੀ ਆਪਣੇ ਚਰਮ ਤੇ ਦੁਬਾਰਾ ਸਿਰ ਚੁੱਕ ਰਹੀ ਹੁੰਦੀ ਹੈ। ਉਸ ਦੌਰਾਨ ਵੀ ਬਹੁਤ ਸੀ ਚੁਣੌਤੀਆਂ ਹੁੰਦੀਆਂ ਨੇ, ਲੇਕਿਨ ਪੰਜਾਬ ਦੇ ਵਿੱਚ 1984 ਦੇ ਪੂਰੇ ਘਟਨਾਕ੍ਰਮ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਤੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਤਲੋਗਾਰਤ ਜੋ ਕਿ ਸਿੱਖਾਂ ਦੀ ਦਿੱਲੀ ਦੇ ਵਿੱਚ ਹੋਈ ਹੁੰਦੀ ਹੈ, ਉਸ ਦੇ ਵਿੱਚ ਇੱਕ ਮਾਈਂਡਸੈਟ ਜਿਹੜਾ ਹੈ ਪੰਜਾਬ ਦੇ ਆਵਾਮ ਦਾ, ਲੋਕਾਂ ਦਾ ਬਣ ਚੁੱਕਾ ਹੁੰਦਾ ਹੈ। ਇਹ ਜਿਹੜਾ ਇਲੈਕਸ਼ਨ ਹੁੰਦਾ ਹੈ ਕਾਫੀ ਕਾਮਯਾਬ ਇਲੈਕਸ਼ਨ ਹੁੰਦਾ ਹੈ, ਕਿਉਂਕਿ ਤਕਰੀਬਨ 66% ਜਿਹੜੇ ਵੋਟਰ ਟਰਨਆਊਟ ਇਸ ਵਿੱਚ ਹੋਇਆ ਹੁੰਦਾ ਹੈ। ਸੋ ਵੋਟਾਂ बहुत ਜ਼ਬਰਦਸਤ ਤਰੀਕੇ ਨਾਲ ਇਸ ਵਿੱਚ ਪਈਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਇੱਕ ਬਹੁਤ ਹੀ ਵੱਡੀ ਜਿਹੜੀ ਮੈਜੋਰਿਟੀ ਹੈ, ਥੰਪਿੰਗ ਜਿਹੜੀ ਮੈਜੋਰਿਟੀ ਹੈ, 73 ਜਿਹੜੀਆਂ ਵਿਧਾਨ ਸਭਾ ਸੀਟਾਂ ਦੇ ਵਿੱਚ ਕਾਬਜ਼ ਹੋ ਕੇ ਅਕਾਲੀ ਦਲ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ। ਅਰਜੁਨ ਸਿੰਘ ਜਿਹੜੇ ਕਿ ਗਵਰਨਰ ਪੰਜਾਬ ਦੇ ਉਸ ਵਕਤ ਹੁੰਦੇ ਨੇ, ਉਹਨਾਂ ਦੀ ਇੱਕ ਬਹੁਤ ਵੱਡੀ ਅਹਿਮ ਭੂਮਿਕਾ ਹੁੰਦੀ ਹੈ, ਕਿਉਂਕਿ ਇਹ ਵੀ ਮੰਨਿਆ ਜਾਂਦਾ ਵੀ ਅਰਜੁਨ ਸਿੰਘ ਜਿਹੜੇ ਹੁੰਦੇ ਨੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਆਪਣੀ ਗੇਮ ਪਲੇ ਕਰ ਰਹੇ ਹੁੰਦੇ ਨੇ। ਅਰਜੁਨ ਸਿੰਘ ਕਿਤੇ ਨਾ ਕਿਤੇ ਸੰਤ ਲੌਂਗੋਵਾਲ ਨੂੰ ਪਹਿਲਾਂ ਤੇ ਉਹਨਾਂ ਦੀ ਮੌਤ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਨੂੰ ਉੱਤੇ ਚੱਕਣਾ ਚਾਹੁੰਦੇ ਹੁੰਦੇ ਨੇ ਤੇ ਗੁਰਚਰਨ ਸਿੰਘ ਟੌੜਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਥੋੜਾ ਨੀਵੇਂ ਰੱਖਣਾ ਚਾਹੁੰਦੇ ਨੇ। ਸੋ ਇਸ ਕਿਸਮ ਦੀ ਥਿਉਰੀਜ਼ ਚੱਲ ਰਹੀਆਂ ਹੁੰਦੀਆਂ ਤੇ ਇਹ ਵੀ ਗੱਲਬਾਤ ਸਾਹਮਣੇ ਆਉਂਦੀ ਹੈ ਵੀ ਜਿਹੜੀਆਂ ਵੀ ਟਿਕਟਾਂ ਅਕਾਲੀ ਦਲ ਵੱਲੋਂ ਸਤੰਬਰ 1985 ਦੇ ਚੋਣਾਂ ਲਈ ਦਿੱਤੀਆਂ ਜਾਂਦੀਆਂ ਨੇ ਉਹ ਸਿਰਫ ਉਹਨਾਂ ਕੈਂਡੀਡੇਟਸ ਨੂੰ ਹੀ ਦਿੱਤੀਆਂ ਜਾਂਦੀਆਂ ਨੇ ਜੋ ਕਿ ਰਾਜੀਵ ਲੌਂਗੋਵਾਲ ਅਕॉर्ड ਦੇ ਪ੍ਰਤੀ ਆਪਣੀ ਜਿਹੜੀ ਵਚਨਬੱਧਤਾ ਹੈ ਉਸ ਨੂੰ ਜਤਾਉਣਗੇ। ਸੋ ਇਹੀ ਕਾਰਨ ਹੁੰਦਾ ਵੀ ਬਹੁਤ ਸੇ ਐਸੇ ਜਿਹੜੇ ਲੀਡਰ ਜਾਂ ਅਕਾਲੀ ਵਿਧਾਇਕ ਚੁਣ ਕੇ ਆਉਂਦੇ ਨੇ, ਉਹਨਾਂ ਦੀ ਜਿਹੜੀ ਲਾਇਲਟੀ ਹੁੰਦੀ ਹੈ ਉਹ ਬਰਨਾਲਾ ਜਾਂ ਫਿਰ ਲੌਂਗੋਵਾਲ ਹੋਣਾ ਦੇ ਉਸ ਧੜੇ ਪ੍ਰਤੀ ਰਹੀ ਹੁੰਦੀ ਹੈ ਜੋ ਕਿ ਰਾਜੀਵ ਲੌਂਗੋਵਾਲ ਅਕॉर्ड ਦੇ ਹਿਮਾਇਤੀ ਰਹੇ ਹੁੰਦੇ ਨੇ। ਸੋ ਸਤੰਬਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਡੈਮੋਕ੍ਰੈਟਿਕਲੀ ਚੁਣੀ ਹੋਈ ਸਰਕਾਰ ਆ ਜਾਂਦੀ ਹੈ, ਥੰਪਿੰਗ ਮੈਜੋਰਿਟੀ ਦੇ ਨਾਲ ਜਿਹੜੇ ਅਕਾਲੀ ਹੈਗੇ ਨੇ ਸਰਕਾਰ ਬਣਾ ਚੁੱਕੇ ਹੁੰਦੇ ਨੇ। ਕਾਂਗਰਸ ਨੂੰ ਇਸ ਚੋਣਾਂ ਦੇ ਵਿੱਚ ਝਟਕਾ ਲੱਗਿਆ ਹੁੰਦਾ, ਲੱਗਣਾ ਹੀ ਹੁੰਦਾ। 1984 ਦੇ ਵਿੱਚ ਜੋ ਕੁਝ ਕਾਂਗਰਸ ਦੀ ਲੀਡਰਸ਼ਿਪ ਨੇ ਕੀਤਾ ਹੁੰਦਾ ਹੈ ਕੇਂਦਰੀ ਪੱਧਰ ਤੇ ਜਾਂ ਫਿਰ ਪੰਜਾਬ ਪੱਧਰ ਤੇ ਜੋ ਭੂਮਿਕਾ ਰਹੀ ਹੁੰਦੀ ਹੈ, ਲੇਕਿਨ ਇਸ ਤੋਂ ਬਾਅਦ ਰਾਜੀਵ ਲੌਂਗੋਵਾਲ ਅਕॉर्ड ਨੂੰ ਲੀਹ ਤੇ ਤੋਰਨ ਦਾ ਕੰਮ ਬਹੁਤ ਚੁਣੌਤੀਆਂ ਭਰਿਆ ਬਣ ਚੁੱਕਾ ਹੁੰਦਾ ਹੈ, ਕਿਉਂਕਿ ਸੁਰਜੀਤ ਸਿੰਘ ਬਰਨਾਲਾ ਜੋ ਕਿ ਜ਼ਿਆਦਾ ਕੋਈ ਵਾਲਾ ਵੱਡੇ ਲੀਡਰ ਉਸ ਵਕਤ ਨਹੀਂ ਹੁੰਦੇ, ਲੇਕਿਨ ਉਹਨਾਂ ਦਾ ਮੁੱਖ ਮੰਤਰੀ ਬਣਨਾ ਦੋ ਲੋਕਾਂ ਨੂੰ ਖਾਸ ਤੌਰ ਤੇ ਖਟਕ ਰਿਹਾ ਹੁੰਦਾ, ਜਿਸ ਵਿੱਚ ਕਿ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌੜਾ ਹੁੰਦੇ ਨੇ। ਗੁਰਚਰਨ ਸਿੰਘ ਟੌੜਾ ਦੀ ਜਿਹੜੀ ਪ੍ਰਾਇੋਰਟੀ ਹੁੰਦੀ ਹੈ ਨਵੰਬਰ 1985 ਦਾ SGPC ਦਾ ਚੋਣ ਹੁੰਦਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਬਰਨਾਲਾ ਮਿਨਿਸਟਰੀ ਬਣਦੀ ਹੈ ਉਸ ਦੇ ਨਾਲ ਉਹਨਾਂ ਦੇ ਵੱਖਰੇਵੇਂ ਡੇ 1 ਤੋਂ ਸ਼ੁਰੂ ਹੋ ਜਾਂਦੇ ਨੇ। ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਆਪਣੇ ਖਾਸ ਬੰਦੇ ਹੁੰਦੇ ਨੇ, ਲਾਇਲਿਸਟ MLA ਹੁੰਦੇ ਨੇ, ਉਹਨਾਂ ਨੂੰ ਉਨੀਆਂ ਸੀਟਾਂ ਜਾਂ ਮਿਨਿਸਟਰੀ ਦੇ ਵਿੱਚ ਉਨੀ ਥਾਂ ਨਹੀਂ ਮਿਲਦੀ, ਜਿਸ ਤੋਂ ਬਾਅਦ ਕਿ ਪ੍ਰਕਾਸ਼ ਸਿੰਘ ਬਾਦਲ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰਦੇ ਹੈਗੇ ਨੇ, ਪਾਰਟੀ ਪੱਧਰ ਤੇ ਵੀ, ਪਾਰਟੀ ਦੇ ਅੰਦਰ ਤੇ ਬਾਹਰ ਦੇ ਪਲੇਟਫਾਰਮਾਂ ਦੇ ਉੱਤੇ ਵੀ। ਇਹ ਦੋਵੇਂ ਲੀਡਰ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਜਿਹੜਾ ਟੌੜਾ ਹੈ, ਇਹਨਾਂ ਦੇ ਸਟੈਂਡ ਰਾਜੀਵ ਲੌਂਗੋਵਾਲ ਅਕॉर्ड ਨੂੰ ਲੈ ਕੇ ਬੜੇ ਵੱਖਰੇ ਕਿਸਮ ਦੇ ਰਹੇ ਹੁੰਦੇ ਨੇ। ਸ਼ੁਰੂਆਤੀ ਦੌਰ ਤੇ ਇਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ ਗਿਆ ਹੁੰਦਾ, ਵਿਸ਼ਵਾਸ ਦੇ ਵਿੱਚ ਨਹੀਂ ਲਿਆ ਗਿਆ ਹੁੰਦਾ। ਸੰਤ ਲੌਂਗੋਵਾਲ ਜਾ ਕੇ ਰਾਜੀਵ ਗਾਂਧੀ ਦੇ ਨਾਲ ਸਮਝੌਤਾ ਕਰ ਆਉਂਦੇ ਨੇ। ਬਾਅਦ ਦੇ ਵਿੱਚ 18 ਅਗਸਤ ਤੋਂ ਬਾਅਦ ਇਹ ਲੀਡਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਹੋ ਜਾਂਦੇ ਨੇ ਤੇ ਅੰਦਰ ਤੇ ਬਾਹਰ ਕਿਤੇ ਨਾ ਕਿਤੇ ਰਾਜੀਵ ਗਾਂਧੀ ਲੌਂਗੋਵਾਲ ਅਕॉर्ड ਦੀ ਜਿਹੜੀ ਇਮਦਾਦ ਹੈ ਉਹ ਕਰਨੀ ਸ਼ੁਰੂ ਕਰ ਦਿੰਦੇ ਜਾਂ ਉਹਦੀ ਹਮਾਇਤ ਸ਼ੁਰੂ ਕਰ ਦਿੰਦੇ ਨੇ। ਲੇਕਿਨ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਨਿਸਟਰੀ ਦੇ ਵਿੱਚ ਆਪਣਾ ਬਣਦਾ ਹੋਇਆ ਜਿਹੜਾ ਲੱਗ ਰਿਹਾ ਹੁੰਦਾ, ਉਹਨਾਂ ਨੂੰ ਜਿਹੜਾ ਸ਼ੇਅਰ ਹੈ ਆਪਣੇ ਵਿਧਾਇਕਾਂ ਨੂੰ ਮੰਤਰੀ ਦੀ ਅਹੁਦੇ ਜਾਂ ਮਿਨਿਸਟਰੀਆਂ ਦੇ ਵਿੱਚ ਥਾਂ ਮਿਲਣੀ ਹੁੰਦੀ ਹੈ, ਉਹ ਨਹੀਂ ਮਿਲਦਾ। ਉਸ ਤੋਂ ਬਾਅਦ ਉਹਨਾਂ ਵੱਲੋਂ ਵੀ ਮੁਖਾਲਫਤ ਕੀਤੀ ਜਾਣੀ ਸ਼ੁਰੂ ਹੋ ਚੁੱਕੀ ਹੁੰਦੀ ਹੈ। ਦੂਸਰੇ ਪਾਸੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਵੀ ਕਾਫੀ ਐਸੇ ਫੈਕਟਰ ਐਟ ਪਲੇ ਹੁੰਦੇ ਨੇ, ਕਿਉਂਕਿ ਬੂਟਾ ਸਿੰਘ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਮ ਮਿਨਿਸਟਰ ਬਣ ਚੁੱਕੇ ਹੁੰਦੇ ਨੇ। ਬੂਟਾ ਸਿੰਘ ਉੱਧਰ ਕੇਂਦਰ ਦੇ ਹੋਮ ਮਿਨਿਸਟਰ ਹੁੰਦੇ ਨੇ ਤੇ ਇੱਧਰ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ। ਦੋਵਾਂ ਦੇ ਵਿੱਚ ਇੱਕ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਵੀ ਕਈ ਮੌਕਿਆਂ ਤੇ ਵੇਖਣ ਨੂੰ ਮਿਲਦੀ ਹੈ। ਲੇਕਿਨ ਗੱਲਬਾਤ ਅੱਗੇ ਤੁਰਦੀ ਹੈ ਤੇ ਰਾਜੀਵ ਲੌਂਗੋਵਾਲ ਅਕॉर्ड ਦੀਆਂ ਉਹਨਾਂ ਮਦਾਂ ਤੇ ਹੁਣ ਫੁੱਲ ਪਾਉਣ ਦਾ ਟਾਈਮ ਆ ਚੁੱਕਾ ਹੁੰਦਾ ਹੈ, ਫੁੱਲ ਚੜਾਉਣ ਦਾ ਟਾਈਮ ਆ ਚੁੱਕਾ ਹੁੰਦਾ ਹੈ, ਯਾਨੀ ਕਿ ਉਹਨਾਂ ਤੇ ਐਕਸ਼ਨ ਦਾ ਟਾਈਮ ਆ ਚੁੱਕਾ ਹੁੰਦਾ ਹੈ। ਰੰਗਨਾਥ ਮਿਸ਼ਰਾ ਕਮਿਸ਼ਨ ਜਿਹੜਾ ਹੈ, ਆਯੋਗ ਹੈ, ਉਸ ਨੂੰ ਸਥਾਪਿਤ ਕਰਤਾ ਜਾਂਦਾ ਹੈ।
ਇਸ ਦੇ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਦਰਮਿਆਨ ਜਿਹੜੇ ਟੈਰੀਟੋਰੀਅਲ ਡਿਸਪਿਊਟਸ ਹੁੰਦੇ ਨੇ, ਯਾਨੀ ਕਿ ਜ਼ਮੀਨ ਨੂੰ ਲੈ ਕੇ ਜਾਂ ਇਲਾਕਿਆਂ ਨੂੰ ਲੈ ਕੇ ਜਿਹੜੇ ਝਗੜੇ ਹੁੰਦੇ ਨੇ, ਉਹਨਾਂ ਦੇ ਨਿਪਟਾਰੇ ਲਈ ਮੈਥਿਊ ਕਮਿਸ਼ਨ ਦਾ ਜਿਹੜਾ ਗਠਨ ਹੈ ਉਹ ਰਾਜੀਵ ਗਾਂਧੀ ਦੀ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਮੈਥਿਊ ਕਮਿਸ਼ਨ ਦੀ ਮੈਂਡੇਟ ਇਹ ਹੁੰਦੀ ਹੈ ਵੀ 26 ਜਨਵਰੀ 1986 ਨੂੰ ਜਦੋਂ ਚੰਡੀਗੜ੍ਹ ਨੂੰ ਪੰਜਾਬ ਨੂੰ ਟਰਾਂਸਫਰ ਕੀਤਾ ਜਾਣਾ ਹੁੰਦਾ ਹੈ, ਉਹਦੇ ਐਵਜ਼ ਦੇ ਵਿੱਚ ਕਿਹੜੇ ਇਲਾਕੇ ਹਿੰਦੀ ਬੋਲਦੇ ਮੰਨੇ ਜਾਣਗੇ ਉਹਨਾਂ ਦੀ ਨਿਸ਼ਾਨਦੇਹੀ ਕਰਨਾ ਤੇ ਫਿਰ ਉਹ ਟ੍ਰਾਂਸਫਰ ਹਰਿਆਣਾ ਨੂੰ ਕੀਤੇ ਜਾਣਗੇ। ਸੋ ਮੈਥਿਊ ਕਮਿਸ਼ਨ ਨੇ ਚੰਡੀਗੜ੍ਹ ਨੂੰ ਪੰਜਾਬ ਦੇਣ ਦੀ ਇੱਕ ਪੂਰੀ ਜਿਹੜੀ ਫਾਰਮੈਲਿਟੀ ਹੈ ਉਸ ਨੂੰ ਅੰਜਾਮ ਦੇਣਾ ਹੁੰਦਾ ਤੇ ਉਸ ਦੇ ਤਹਿਤ ਇੱਕ ਨਿਸ਼ਾਨਦੇਹੀ ਕਰਨੀ ਹੁੰਦੀ ਹੈ ਉਹਨਾਂ ਹਿੰਦੀ ਬੋਲਦੇ ਇਲਾਕਿਆਂ ਦੀ ਜੋ ਕਿ ਉਸ ਦੇ ਐਵਜ਼ ਦੇ ਵਿੱਚ ਹਰਿਆਣੇ ਨੂੰ ਦਿੱਤੇ ਜਾਣੇ ਹੁੰਦੇ ਨੇ। ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਉੱਤੇ ਕੰਮ ਸ਼ੁਰੂ ਹੋ ਚੁੱਕਾ ਹੁੰਦਾ ਹੈ, ਲੇਕਿਨ ਸਭ ਤੋਂ ਅਹਿਮ ਗੱਲਬਾਤ ਇਹ ਹੁੰਦੀ ਹੈ ਵੀ ਇਸ ਦੌਰਾਨ ਜਿਹੜੇ ਮਿਲੀਟੈਂਸੀ ਹੈ ਪੰਜਾਬ ਦੇ ਵਿੱਚ ਉਹ ਕਾਫੀ ਦੁਬਾਰਾ ਸਿਰ ਚੁੱਕਣਾ ਸ਼ੁਰੂ ਕਰ ਚੁੱਕੀ ਹੁੰਦੀ ਹੈ। ਬਹੁਤ ਸੀ ਐਸੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਹੁੰਦੀਆਂ। ਇਹ ਜਿਹੜਾ ਅਕॉर्ड ਹੋਇਆ ਹੁੰਦਾ ਰਾਜੀਵ ਲੌਂਗੋਵਾਲ, ਇਹ ਬਹੁਤ ਸੇ ਐਸੇ ਜਿਹੜੇ ਗਰਮ ਖਿਆਲੀ ਧੜੇਬੰਦੀਆਂ ਹੁੰਦੀਆਂ ਨੇ, ਈਵਨ ਅਕਾਲੀ ਦਲ ਦੇ ਵਿੱਚ ਐਸੇ ਬਹੁਤ ਸੇ ਗਰਮ ਖਿਆਲੀ ਜਥੇਬੰਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਗਲੇ ਨਹੀਂ ਉਤਰ ਰਹੀਆਂ ਹੁੰਦੀਆਂ ਤੇ ਵੱਖਵਾਦੀ ਤੇ ਜਿਹੜੇ ਖਾੜਕੂ ਅੰਸਰ ਐਲੀਮੈਂਟ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਮਾਰਨ ਦੇ ਵਿੱਚ ਵੀ ਆਪਣੀ ਭੂਮਿਕਾ ਅਦਾ ਕੀਤੀ ਹੁੰਦੀ ਹੈ। ਉਹਨਾਂ ਨੂੰ ਇਹ ਕਿਤੇ ਵੀ ਗੱਲ ਬਰਦਾਸ਼ਤ ਨਹੀਂ ਹੋ ਰਹੀ ਹੁੰਦੀ। ਸੋ ਇਸ ਦੌਰਾਨ ਜਿਹੜੀ ਮੂਵਮੈਂਟ ਇੱਕ ਵਾਰ ਫਿਰ ਦੁਬਾਰਾ ਖੜੀ ਹੋਣੀ ਸ਼ੁਰੂ ਹੋ ਚੁੱਕੀ ਹੁੰਦੀ ਹੈ। ਲੇਕਿਨ ਨਵੰਬਰ ਦੇ ਵੀ ਜਦੋਂ SGPC ਦਾ ਚੋਣ ਆਂਦਾ ਹੈ ਉਸ ਵਕਤ ਗੁਰਚਰਨ ਸਿੰਘ ਟੌੜਾ ਵੱਲੋਂ ਇੱਕ ਦਾਅ ਖੇਡਿਆ ਜਾਂਦਾ ਹੈ। 1984 ਦੇ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਤੋਂ ਬਾਅਦ ਇੱਕ ਜਿਹੜੀ ਕਾਰ ਸੇਵਾ ਹੈ ਅਕਾਲ ਤਖਤ ਨੂੰ ਢਹਿ ਢੇਰੀ ਕੀਤੇ ਜਾਣ ਤੋਂ ਬਾਅਦ ਇੱਕ ਦੁਬਾਰਾ ਉਹਨੂੰ ਜਿਹੜਾ ਮੁੜ ਸੁਰਜੀਤ ਕਰਨ ਜਾਂ ਮੁੜ ਉਹਦੀ ਉਸਾਰੀ ਕਰਨ ਲਈ ਇੱਕ ਜਿਹੜੀ ਕਾਰ ਸੇਵਾ ਹੈ ਉਸ ਨੂੰ ਲੈ ਕੇ ਇੱਕ ਬਹੁਤ ਲੰਬਾ ਚੌੜਾ ਵਿਵਾਦ ਰਿਹਾ ਹੁੰਦਾ ਹੈ। ਇੱਕ ਅਲੱਗ ਵੀਡੀਓ ਦੇ ਵਿੱਚ ਉਸ ਚੀਜ਼ ਦੀ ਚਰਚਾ ਕਰਾਂਗੇ ਵੀ ਕਿਸ ਤਰੀਕੇ ਨਾਲ ਇੰਦਰਾ ਗਾਂਧੀ ਨੇ ਬਹੁਤ ਛੇਤੀ ਦੇ ਨਾਲ ਇੱਕ ਨਿਹੰਗ ਜਥੇਬੰਦੀ ਨੂੰ ਅੱਗੇ ਕਰਕੇ ਅਕਾਲ ਤਖਤ ਸਾਹਿਬ ਦੀ ਉਸਾਰੀ ਦਾ ਕੰਮ ਜਿਹੜਾ ਹੈ ਉਸ ਦੌਰ ਦੇ ਵਿੱਚ ਸ਼ੁਰੂ ਕਰਾਇਆ ਸੀ ਤੇ ਉਸ ਤੋਂ ਬਾਅਦ ਨਵੰਬਰ 1985 ਆਉਂਦਿਆਂ ਗੁਰਚਰਨ ਸਿੰਘ ਟੌੜਾ ਵੱਲੋਂ ਇਸ ਚੀਜ਼ ਦਾ ਇੱਕ ਦਾਅ ਖੇਡਿਆ ਜਾਂਦਾ ਹੈ, ਕਾਰਡ ਖੇਡਿਆ ਜਾਂਦਾ ਹੈ, ਜਿਸ ਤਹਿਤ ਕਿ ਉਹ ਕਹਿੰਦੇ ਨੇ ਵੀ ਉਸ ਅਕਾਲ ਤਖਤ ਦੀ ਬਿਲਡਿੰਗ ਜੋ ਕਿ ਇੰਦਰਾ ਗਾਂਧੀ ਦੇ ਥਾਪੇ ਹੋਏ ਇੰਦਰਾ ਗਾਂਧੀ ਦੇ ਅੱਗੇ ਮੂਹਰੇ ਕੀਤੇ ਹੋਏ ਨਿਹੰਗ ਸਿੰਘਾਂ ਦੀ ਜਥੇਬੰਦੀਆਂ ਵੱਲੋਂ ਕਾਰ ਸੇਵਾ ਦੀ ਸ਼ਕਲ ਦੇ ਵਿੱਚ ਬਣਾਈ ਗਈ ਹੈ, ਉਸ ਉਸਾਰੀ ਨੂੰ ਢਾਹ ਕੇ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਜਾਏਗੀ। ਇਹ ਬਹੁਤ ਵੱਡਾ ਸਟੈਪ ਹੁੰਦਾ ਹੈ, ਬਹੁਤ ਪਪੂਲਰ ਕਰ ਦਿੰਦਾ ਗੁਰਚਰਨ ਸਿੰਘ ਟੌੜਾ ਦੀ ਤੂਤੀ ਬੋਲਣ ਲੱਗ ਜਾਂਦੀ ਹੈ ਤੇ SGPC ਚੋਣਾਂ ਦੇ ਵਿੱਚ ਉਹ ਦੁਬਾਰਾ ਜਿੱਤ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਪ੍ਰਧਾਨਗੀ ਆ ਉਹ ਬਰਕਰਾਰ ਰਹਿੰਦੀ ਹੈ। ਲੇਕਿਨ ਨਵੰਬਰ ਤੋਂ ਕੁਝ ਹੀ ਮਹੀਨੇ ਬਾਅਦ ਜਨਵਰੀ 1986 ਦਾ ਉਹ ਮਹੀਨਾ ਆ ਜਾਂਦਾ ਹੈ ਜਦੋਂ ਕਿ ਇੱਕ ਬਹੁਤ ਇੰਪੋਰਟੈਂਟ ਡੈਡਲਾਈਨ ਨੇੜੇ ਆਣੀ ਹੁੰਦੀ ਹੈ। ਉਹ ਡੈਡਲਾਈਨ ਹੁੰਦੀ ਹੈ ਚੰਡੀਗੜ੍ਹ ਨੂੰ ਪੰਜਾਬ ਨੂੰ ਟ੍ਰਾਂਸਫਰ ਕਰਨ ਦੀ ਡੈਡਲਾਈਨ। 26 ਜਨਵਰੀ 1986 ਦਾ ਇੱਕ ਤਾਰੀਖ ਦਿੱਤੀ ਗਈ ਹੁੰਦੀ ਹੈ 25 ਜੁਲਾਈ 1985 ਦੇ ਉਸ ਰਾਜੀਵ ਲੌਂਗੋਵਾਲ ਅਕॉर्ड ਦੇ ਵਿੱਚ। ਲੇਕਿਨ ਉਸ ਤੋਂ ਪਹਿਲਾਂ ਜਿਹੜਾ ਮੈਥਿਊ ਕਮਿਸ਼ਨ ਇਸ ਲਈ ਬੈਠਿਆ ਹੁੰਦਾ ਹੈ ਉਹ ਕਾਫੀ ਭੰਬਲ ਭੂਸੇ 'ਚ ਹੁੰਦਾ ਹੈ। ਹਰਿਆਣਾ ਤੇ ਪੰਜਾਬ ਦੋਵੇਂ ਸੂਬੇ ਇਸ ਗੱਲ ਲਈ ਰਾਜ਼ੀ ਨਹੀਂ ਹੋ ਰਹੇ ਹੁੰਦੇ ਵੀ ਪੰਜਾਬੀ ਜਾਂ ਹਿੰਦੀ ਬੋਲਦੇ ਇਲਾਕੇ ਕਿਹੜੇ ਮੰਨੇ ਜਾ ਸਕਦੇ ਨੇ, ਖਾਸ ਕਰਕੇ ਹਿੰਦੀ ਬੋਲਦੇ ਇਲਾਕੇ। ਇਸ ਦੇ ਵਿੱਚ 1961 ਦਾ ਇੱਕ ਸੈਂਸਸ ਹੁੰਦਾ ਜਿਸ ਉੱਤੇ ਕਈ ਸਵਾਲ ਤੇ ਕਈ ਵਿਵਾਦ ਖੜੇ ਹੁੰਦੇ ਨੇ। ਹਰਿਆਣਾ ਚਾਹ ਰਿਹਾ ਹੁੰਦਾ ਕਿ 1961 ਦੇ ਸੈਂਸਸ ਨੂੰ ਆਧਾਰ ਬਣਾ ਕੇ ਹਿੰਦੀ ਬੋਲਦੇ ਇਲਾਕਿਆਂ ਦੀ ਨਿਸ਼ਾਨਦੇਹੀ ਤੈਅ ਕੀਤੀ ਜਾਵੇ ਜੋ ਕਿ ਹਰਿਆਣਾ ਦੇ ਫੇਵਰ ਵਿੱਚ ਜਾਰੀ ਹੁੰਦੀ ਹੈ, ਜਦੋਂ ਕਿ ਪੰਜਾਬ ਇਹ ਕਹਿ ਰਿਹਾ ਹੁੰਦਾ ਹੈ ਵੀ 1971 ਜਾਂ ਉਸ ਤੋਂ ਬਾਅਦ ਦਾ 1981 ਦਾ ਜਿਹੜਾ ਸੈਂਸਸ ਹੈ ਯਾਨੀ ਮਰਦਮਸ਼ੁਮਾਰੀ ਹੈ ਉਸ ਨੂੰ ਬੇਸ ਬਣਾ ਕੇ ਇਹ ਜਿਹੜੀ ਪੂਰੀ ਨਿਸ਼ਾਨਦੇਹੀ ਕੀਤੀ ਜਾਵੇ ਜਿਹਦਾ ਫਾਇਦਾ ਪੰਜਾਬ ਨੂੰ ਹੋ ਰਿਹਾ ਹੁੰਦਾ ਹੈ। ਮੈਥਿਊ ਕਮਿਸ਼ਨ 25 ਜਨਵਰੀ 1986 ਦੀ ਆਪਣੀ ਅਹਿਮ ਤਜਵੀਜ਼ ਜਾਂ ਰਿਪੋਰਟ ਦੇ ਵਿੱਚ ਇਹ ਲਿਖ ਦਿੰਦਾ ਹੈ ਕਿ ਚੂੰਕਿ ਇਸ ਚੀਜ਼ ਦਾ ਫੈਸਲਾ ਨਹੀਂ ਹੋ ਪਾ ਰਿਹਾ ਵੀ ਕਿਹੜੇ ਹਿੰਦੀ ਬੋਲਦੇ ਇਲਾਕੇ ਹਰਿਆਣਾ ਨੂੰ ਦਿੱਤੇ ਜਾਣੇ ਹੈਗੇ ਨੇ ਚੰਡੀਗੜ੍ਹ ਨੂੰ ਪੰਜਾਬ ਨੂੰ ਦਿੱਤੇ ਜਾਣ ਦੇ ਐਵਜ਼ ਦੇ ਵਿੱਚ ਯਾਨੀ ਕਿ ਉਸ ਦੇ ਬਦਲੇ, ਇਸ ਵਾਸਤੇ ਫਿਲਹਾਲ ਚੰਡੀਗੜ੍ਹ ਵੀ ਪੰਜਾਬ ਨੂੰ ਟ੍ਰਾਂਸਫਰ ਨਾ ਕੀਤਾ ਜਾਵੇ ਜਾਂ ਨਹੀਂ ਕੀਤਾ ਜਾ ਸਕਦਾ। ਇੱਕ ਐਸੀ ਕ੍ਰਿਟੀਕਲ ਗੱਲਬਾਤ ਹੁੰਦੀ ਹੈ ਜਿਸ ਦੇ ਨਾਲ ਇੱਕ ਨਵਾਂ ਵਿਵਾਦ ਫਿਰ ਖੜਾ ਹੋ ਉੱਠਦਾ ਹੈ। ਇੱਕ ਤਰੀਕੇ ਨਾਲ ਗੁਰਚਰਨ ਸਿੰਘ ਟੌੜਾ ਵੱਲੋਂ ਜਿਹੜੀ ਇੱਕ ਕਾਰ ਸੇਵਾ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੁੰਦੀ ਹੈ ਨਵੰਬਰ ਦੇ ਵਿੱਚ, ਉਸ ਮੁਹਿੰਮ ਦੇ ਵਿੱਚ ਇੱਕ ਬਹੁਤ ਵੱਡਾ ਝਟਕਾ ਇਸ ਪੂਰੇ ਬੈਕ ਟਰੈਕਿੰਗ ਨੂੰ ਲੱਗਦਾ ਹੈ ਕਿਉਂਕਿ ਗੁਰਚਰਨ ਸਿੰਘ ਟੌੜਾ ਕਿਤੇ ਨਾ ਕਿਤੇ ਅਕਾਲੀ ਦਲ ਤੇ ਸਰਕਾਰ ਨਾਲ ਆਇਡੈਂਟੀਫਾਈ ਹੁੰਦੇ ਨੇ। ਉਸ ਵਕਤ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਹੋਰ ਜਿਹੜੀਆਂ ਜਥੇਬੰਦੀਆਂ ਜਿਸ ਵਿੱਚ ਕਿ ਯੂਨਾਈਟਿਡ ਅਕਾਲੀ ਦਲ ਸ਼ਾਮਲ ਹੁੰਦਾ ਹੈ ਉਹਨਾਂ ਵੱਲੋਂ ਇਹ ਜਿਹੜੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮੁੜ ਉਸਾਰੀ ਲਈ, ਯਾਨੀ ਕਿ ਇੰਦਰਾ ਗਾਂਧੀ ਵੱਲੋਂ ਥਾਪੇ ਗਏ ਨਿਹੰਗਾਂ ਵੱਲੋਂ ਬਣਾਏ ਗਏ ਜਾਂ ਉਸਾਰੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਤੋੜ ਕੇ ਨਵੀਂ ਜਿਹੜੀ ਉਹਦੀ ਉਸਾਰੀ ਕੀਤੀ ਜਾਣੀ ਹੁੰਦੀ ਹੈ। ਉਸ ਦੀ ਜਿਹੜੀ ਕਾਰ ਸੇਵਾ ਹੈ ਉਸ ਨੂੰ ਜ਼ੋਰ ਜ਼ਬਰਦਸਤੀ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਯੂਨਾਈਟਿਡ ਅਕਾਲੀ ਦਲ ਜਾਂ ਹੋਰ ਜਿਹੜੇ ਐਸੇ ਗਰਮ ਖਿਆਲੀ ਖੜੇ ਹੁੰਦੇ ਨੇ ਉਹ ਆਪਣੇ ਹੱਥ ਵਿੱਚ ਲੈ ਲੈਂਦੀਆਂ ਨੇ। ਇੱਕ ਬਹੁਤ ਕ੍ਰਿਟੀਕਲ ਟਾਈਮ ਹੁੰਦਾ ਹੈ 26 ਜਨਵਰੀ ਦੀ ਡੈਡਲਾਈਨ ਦੇ ਮੌਕੇ ਚੰਡੀਗੜ੍ਹ ਪੰਜਾਬ ਨੂੰ ਟ੍ਰਾਂਸਫਰ ਨਹੀਂ ਕੀਤਾ ਗਿਆ ਹੁੰਦਾ। ਕੇਂਦਰ ਸਰਕਾਰ ਵੱਲੋਂ ਇੱਕ ਵਿਸ਼ਵਾਸਘਾਤ ਹੁੰਦਾ ਹੈ, ਉਸ ਨੂੰ ਇੱਕ ਵਿਸ਼ਵਾਸਘਾਤ ਦੇ ਰੂਪ ਵਿੱਚ ਦੇਖਣ ਵਾਲੀਆਂ ਉਹ ਜਥੇਬੰਦੀਆਂ ਜੋ ਕਿ ਸ਼ੁਰੂ ਤੋਂ ਹੀ
ਲੌਂਗੋਵਾਲ ਅਕॉर्ड ਉੱਤੇ ਸਵਾਲ ਚੁੱਕਦੀਆਂ ਆ ਰਹੀਆਂ ਹੁੰਦੀਆਂ ਨੇ। ਅਕਾਲੀ ਦਲ, ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ, ਉਹਨਾਂ ਦੀ ਕਾਰਜਸ਼ੈਲੀ ਜਾਂ ਉਹਨਾਂ ਦੇ ਨਰਮ ਰਵੱਈਏ ਕੇਂਦਰ ਸਰਕਾਰ ਦੇ ਨਾਲ ਉਹਨਾਂ ਦੀ ਜਿਹੜੀ ਇੱਕ ਰਲਗੜ ਹੁੰਦੀ ਹੈ ਜਾਂ ਆਪਣੇ ਹਿੱਤਾਂ ਨੂੰ ਵੇਚੇ ਜਾਣ ਦੇ ਇਲਜ਼ਾਮ ਵੀ ਉਹ ਲਗਾਤਾਰ ਬਰਨਾਲਾ ਸਰਕਾਰ ਜਾਂ ਲੌਂਗੋਵਾਲ ਹੋਣਾ ਵਰਗਿਆਂ ਉੱਤੇ ਲਗਾ ਰਹੇ ਹੁੰਦੇ ਨੇ। ਉਹਨਾਂ ਜਥੇਬੰਦੀਆਂ ਦਾ ਇੱਕ ਅਪਰ ਹੈਂਡ ਹੋ ਜਾਂਦਾ ਹੈ ਤੇ ਉਹ ਕਾਰ ਸੇਵਾ ਨੂੰ ਟੇਕ ਓਵਰ ਕਰ ਲੈਂਦੇ ਨੇ। ਮੁਕੰਮਲ ਤੌਰ ਤੇ ਦਰਬਾਰ ਸਾਹਿਬ ਦਾ ਜਿਹੜਾ ਕੰਟਰੋਲ ਹੈ ਇੱਕ ਵਾਰ ਫਿਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਉਹ ਜਿਹੜੇ ਗਰਮ ਖਿਆਲੀ ਜਥੇਬੰਦੀਆਂ ਹੁੰਦੀਆਂ ਨੇ ਉਹਨਾਂ ਦੇ ਹੱਥ ਵਿੱਚ ਆ ਜਾਂਦਾ ਹੈ। ਹਾਲਤ ਇਹ ਆ ਜਾਂਦੀ ਹੈਗੀ ਵੀ ਗੁਰਚਰਨ ਸਿੰਘ ਟੌੜਾ ਜੋ ਕਿ ਉਸ ਵਕਤ ਪ੍ਰਧਾਨ ਹੁੰਦੇ ਨੇ, ਉਹਨਾਂ ਨੂੰ ਆਪਣੀ ਪ੍ਰਧਾਨਗੀ ਛੱਡਣੀ ਪੈਂਦੀ ਹੈ। ਦਰਬਾਰ ਸਾਹਿਬ ਛੱਡ ਕੇ ਵੀ ਉਹਨਾਂ ਨੂੰ ਭੱਜਣਾ ਪੈਂਦਾ ਹੈ, ਉਹਨਾਂ ਨੂੰ ਉੱਥੋਂ ਜਾਣਾ ਪੈਂਦਾ ਹੈ। ਸੋ ਹਾਲਾਤ ਬਹੁਤ ਬਦਲ ਰਹੇ ਹੁੰਦੇ ਨੇ ਤੇ ਸੁਰਜੀਤ ਸਿੰਘ ਬਰਨਾਲਾ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਸਤੰਬਰ 1985 ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਜਨਵਰੀ ਜਾਂ ਫਰਵਰੀ 1986 ਆਉਂਦਿਆਂ ਮਹਿਜ਼ 4 ਜਾਂ 5 ਮਹੀਨੇ ਦੇ ਵਿੱਚ ਉਹਨਾਂ ਦੀ ਪੋਜੀਸ਼ਨ ਇੰਨੀ ਟਾਈਟ ਹੋ ਚੁੱਕੀ ਹੁੰਦੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਆਪਣੇ ਪਹਿਲੇ ਤੇ ਸਭ ਤੋਂ ਅਹਿਮ ਵਾਅਦੇ ਉੱਤੇ ਵਾਅਦਾ ਖਿਲਾਫੀ ਕਰ ਲਈ ਗਈ ਹੁੰਦੀ ਹੈ। ਚੰਡੀਗੜ੍ਹ ਨੂੰ ਪੰਜਾਬ ਨੂੰ ਦਿੱਤੇ ਜਾਣ ਦੀ ਜਿਹੜੀ ਗੱਲਬਾਤ ਹੈ ਉਸ ਤੋਂ ਮੁਨਕਰ ਕੇਂਦਰ ਸਰਕਾਰ ਹੋ ਗਈ ਹੁੰਦੀ ਹੈ। ਲੇਕਿਨ ਦੂਸਰੇ ਪਾਸੇ ਰਾਜੀਵ ਗਾਂਧੀ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਨੇ ਉਹਨਾਂ ਦਾ ਜਿਹੜਾ ਜੋਸ਼ ਤੇ ਜਜ਼ਬਾ ਹੁੰਦਾ ਹੈ ਜਾਂ ਰਾਜੀਵ ਲੌਂਗੋਵਾਲ ਅਕॉर्ड ਨੂੰ ਸਿਰੇ ਤੇ ਪਹੁੰਚਾਉਣ ਦਾ ਉਸ ਦੇ ਵਿੱਚ ਕਮੀ ਨਹੀਂ ਆ ਰਹੀ ਹੁੰਦੀ। ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਐਸੇ ਕਦਮ ਚੁੱਕ ਰਹੇ ਹੁੰਦੇ ਨੇ ਜਿਸ ਦੇ ਵਿੱਚ ਕਿ ਉਹ ਹੁਣ ਜਦੋਂ ਮੈਥਿਊ ਕਮਿਸ਼ਨ ਮੁਕੰਮਲ ਤੌਰ ਤੇ ਆਪਣੀ ਰਿਪੋਰਟ ਨਹੀਂ ਦੇ ਪਾਉਂਦਾ ਜਾਂ ਇਸ ਪੂਰੇ ਮਾਮਲੇ ਦਾ ਨਿਪਟਾਰਾ ਨਹੀਂ ਕਰ ਪਾਉਂਦਾ, ਉਹ ਇੱਕ ਹੋਰ ਜਸਟਿਸ ਵੈਂਕਟ ਰਮਈਆ ਕਮਿਸ਼ਨ ਬਿਠਾ ਦਿੰਦੇ ਨੇ ਜਿਨ੍ਹਾਂ ਨੂੰ ਦਿੱਤਾ ਜਾਂਦਾ ਥੋੜਾ ਸਮਾਂ, ਕੁਝ ਮਹੀਨੇ, ਤੇ ਕਿਹਾ ਜਾਂਦਾ ਵੀ ਜਿਹੜੇ ਮਦਾਂ ਉੱਤੇ ਇਹ ਗੱਲਬਾਤ ਮੈਥਿਊ ਕਮਿਸ਼ਨ ਵੱਲੋਂ ਛੱਡੀ ਗਈ ਹੈ ਉਸ ਨੂੰ ਹੁਣ ਜਸਟਿਸ ਵੈਂਕਟ ਰਮਈਆ ਕਮਿਸ਼ਨ ਤੈਅ ਕਰੇ ਤੇ ਫਟਾਫਟ ਚੰਡੀਗੜ੍ਹ ਨੂੰ ਪੰਜਾਬ ਨੂੰ ਟ੍ਰਾਂਸਫਰ ਕੀਤੇ ਜਾਣ ਦੀ ਜਿਹੜੀ ਵੀ ਫਾਰਮੈਲਿਟੀ ਕਾਰਵਾਈ ਹੈ ਉਸ ਨੂੰ ਪਾਇਆ ਜਾਵੇ। ਉਹ ਇਲਾਕਿਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਜੋ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਵਿਵਾਦਾਂ ਦਾ ਵਿਸ਼ਾ ਹੁੰਦਾ ਹੈ। ਉਹ ਵੱਖਰੀ ਗੱਲ ਹੈ ਵੀ ਵੈਂਕਟ ਰਮਈਆ ਜਿਹੜੀ ਕਮਿਸ਼ਨ ਹੁੰਦਾ ਹੈ ਉਹ ਵੀ ਕੁਝ ਖਾਸ ਨਹੀਂ ਕਰ ਪਾਉਂਦਾ ਤੇ ਜੂਨ ਦੇ ਮਹੀਨੇ ਦੇ ਵਿੱਚ ਜਦੋਂ 1986 ਦੇ ਵਿੱਚ ਵੈਂਕਟ ਰਮਈਆ ਕਮਿਸ਼ਨ ਦੀ ਰਿਪੋਰਟ ਆਉਂਦੀ ਹੈ ਉਸ ਦੇ ਵਿੱਚ ਵੀ ਰੌਲਾ ਇਹੀ ਰਹਿ ਜਾਂਦਾ ਹੈ ਕਿ ਤਕਰੀਬਨ 75,000 ਏਕੜ ਦੇ ਆਸ-ਪਾਸ ਐਸਾ ਰਕਬਾ ਹੁੰਦਾ ਹੈ ਜੋ ਕਿ ਹਰਿਆਣਾ ਨੂੰ ਦਿੱਤੇ ਜਾਣ ਦਾ ਫੈਸਲਾ ਤਾਂ ਲਿਆ ਜਾਂਦਾ ਹੈ ਲੇਕਿਨ ਪੰਜਾਬ ਦੇ ਆਪੱਤੀਆਂ ਜਾਂ ਪੰਜਾਬ ਦੇ ਵਿਰੋਧ ਦੇ ਚੱਲਦਿਆਂ ਮਹਿਜ਼ 40,000 ਏਕੜ ਦੇ ਆਸ-ਪਾਸ ਉਹ ਜ਼ਮੀਨ ਜਾਂ ਨਿਸ਼ਾਨਦੇਹੀ ਹੋ ਪਾਈ ਹੁੰਦੀ ਹੈ। 30-35,000 ਏਕੜ ਹਜੇ ਵੀ ਉਹ ਵਿਵਾਦਾਂ ਦੇ ਤਹਿਤ ਜ਼ਮੀਨ ਦਾ ਰਕਬਾ ਹੁੰਦਾ ਹੈ ਜਿਸ ਉੱਤੇ ਕਿ ਸਹਿਮਤੀ ਨਹੀਂ ਬਣੀ ਹੁੰਦੀ। ਸੋ ਵੈਂਕਟ ਰਮਈਆ ਜਿਹੜੀ ਕਮੇਟੀ ਹੁੰਦੀ ਹੈ, ਕਮਿਸ਼ਨ ਹੁੰਦਾ ਹੈ, ਉਹ ਵੀ ਅੱਧਾ ਅਧੂਰਾ ਹੋ ਜਾਂਦਾ ਹੈ। ਉਸ ਦੀ ਵੀ ਰਿਪੋਰਟ ਆ ਚੁੱਕੀ ਹੁੰਦੀ ਹੈ ਲੇਕਿਨ ਉਸ ਦੌਰਾਨ ਵੀ ਕੁਝ ਨਹੀਂ ਹੋ ਸਕ ਰਿਹਾ ਹੁੰਦਾ। ਲੇਕਿਨ ਇਸ ਦੌਰਾਨ ਜੋ ਪੰਜਾਬ ਦੇ ਵਿੱਚ ਅਕਾਲੀ ਲੀਡਰਸ਼ਿਪ ਜਾਂ ਅਕਾਲੀ ਸਰਕਾਰ ਲਈ ਇੱਕ ਬੜੀ ਵੱਡੀ ਚੁਣੌਤੀ ਜਾਂ ਸੰਕਟ ਖੜਾ ਹੁੰਦਾ ਹੈ ਉਹ ਹੁੰਦਾ ਹੈ ਸੁਰਜੀਤ ਸਿੰਘ ਬਰਨਾਲਾ ਲਈ ਜੋ ਕਿ ਕੇਂਦਰ ਤੋਂ ਕੋਈ ਜ਼ਿਆਦਾ ਕੰਸੈਸ਼ਨਸ ਜਿਸ ਨੂੰ ਕਹਿੰਦੇ ਆ ਜਾਂ ਕੋਈ ਵੀ ਐਸੀਆਂ ਆਪਣੀਆਂ ਮੰਗਾਂ ਨਹੀਂ ਮਨਵਾ ਪਾ ਰਹੇ ਹੁੰਦੇ ਕੇਂਦਰ ਸਰਕਾਰ ਦੇ ਅੱਗੇ। ਉਹਨਾਂ ਨੇ ਇੱਕ ਤਰੀਕੇ ਨਾਲ ਲੱਗ ਰਿਹਾ ਹੁੰਦਾ ਹੈ ਵੀ ਸ਼ਾਇਦ ਗੋਡੇ ਟੇਕ ਰੱਖੇ ਹੈਗੇ ਨੇ ਕਿਉਂਕਿ ਜ਼ਿਆਦਾ ਕੇਂਦਰ ਸਰਕਾਰ ਵੱਲੋਂ ਦਿੱਤਾ ਨਹੀਂ ਜਾ ਰਿਹਾ ਹੁੰਦਾ। ਦੂਸਰੇ ਪਾਸੇ ਇਸ ਪੂਰੀ ਪੋਜੀਸ਼ਨ ਨੂੰ ਆਪਣੇ ਅਕਾਲੀ ਦਲ ਦੀ ਜਿਹੜੀ ਰਵਾਇਤੀ ਪੋਜੀਸ਼ਨ ਨੂੰ ਸਸਟੇਨ ਕਰਨਾ ਜਾਂ ਉਸ ਉੱਤੇ ਖੜੇ ਰਹਿਣਾ ਬਰਨਾਲਾ ਸਰਕਾਰ ਲਈ ਔਖਾ ਹੋ ਰਿਹਾ ਹੁੰਦਾ ਹੈ। ਇੱਕ ਨਾ ਇੱਕ ਟੀਸ ਹੁੰਦੀ ਹੈ ਗੁਰਚਰਨ ਸਿੰਘ ਟੌੜਾ ਦੇ ਜ਼ਿਹਨ ਦੇ ਜਾਂ ਮਨ ਦੇ ਵਿੱਚ ਵੀ ਕਿਉਂਕਿ ਸੁਰਜੀਤ ਸਿੰਘ ਬਰਨਾਲਾ ਨੇ ਹੀ ਉਹਨਾਂ ਨੂੰ ਐਸਜੀਪੀਸੀ ਦੀ ਪ੍ਰਧਾਨੀ ਛੱਡਣ ਲਈ ਮਜਬੂਰ ਜਾਂ ਕੁਝ ਹੱਦ ਤੱਕ ਉਹਨਾਂ ਨੂੰ ਸਲਾਹ ਦਿੱਤੀ ਹੁੰਦੀ ਹੈ, ਮਜਬੂਰ ਕੀਤਾ ਹੁੰਦਾ ਹੈ ਜਦੋਂ ਇਹ ਪੂਰਾ ਮਾਮਲੇ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਦਰਬਾਰ ਸਾਹਿਬ ਜਾਂ ਉਹਦੀ ਕਾਰ ਸੇਵਾ ਦਾ ਜਿਹੜਾ ਕੰਮ ਹੈ ਆਪਣੇ ਹੱਥ ਵਿੱਚ ਲੈ ਲਿਆ ਗਿਆ ਹੁੰਦਾ ਹੈ। ਦੂਸਰੇ ਪਾਸੇ ਪ੍ਰਕਾਸ਼ ਸਿੰਘ ਬਾਦਲ ਵੀ ਜ਼ਿਆਦਾ ਖੁਸ਼ ਨਹੀਂ ਹੁੰਦੇ ਕਿਉਂਕਿ ਉਹਨਾਂ ਦੀ ਮਿਨਿਸਟਰੀ ਦੇ ਵਿੱਚ ਜ਼ਿਆਦਾ ਨਹੀਂ ਚੱਲੀ ਹੁੰਦੀ। ਸੋ ਇਹ ਦੋਵੇਂ ਲੀਡਰ ਤੇ ਤਕਰੀਬਨ ਐਸੇ 27 ਜਿਹੜੇ ਵਿਧਾਇਕ ਹੁੰਦੇ ਨੇ, ਐਮਐਲਏਜ਼ ਹੁੰਦੇ ਨੇ ਅਕਾਲੀ ਦਲ ਦੇ ਜੋ ਕਿ ਓਪਨਲੀ ਰਿਵੋਲਟ ਕਰ ਦਿੰਦੇ ਨੇ ਬਰਨਾਲਾ ਸਰਕਾਰ ਦੇ ਖਿਲਾਫ। ਹਾਲਾਂਕਿ ਇਹ ਰਿਵੋਲਟ ਕੋਈ ਐਸਾ ਰਿਵੋਲਟ ਨਹੀਂ ਹੁੰਦਾ ਜਿਸ ਦੇ ਕਾਰਨ ਕਿ ਬਰਨਾਲਾ ਸਰਕਾਰ ਨੇ ਗਿਰ ਜਾਣਾ ਹੁੰਦਾ ਹੈ ਕਿਉਂਕਿ 73 ਐਮਐਲਏ ਵਿੱਚੋਂ 27 ਨੇ ਰਿਵੋਲਟ ਕੀਤਾ ਹੁੰਦਾ ਹੈ ਲੇਕਿਨ ਹੋਰ ਕੁਝ ਐਸੀਆਂ ਪਾਰਟੀਆਂ ਦਾ ਜਿਹੜਾ ਸਪੋਰਟ ਹੈ ਜਾਂ ਜਿਹੜਾ ਸਮਰਥਨ ਹੈ ਉਹ ਸੁਰਜੀਤ ਸਿੰਘ ਬਰਨਾਲਾ ਦੇ ਕੋਲ ਹੁੰਦਾ ਹੈ। ਸੋ ਕਿਸੇ ਤਰੀਕੇ ਨਾਲ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਔਖੇ ਸੌਖੇ ਹੋ ਕੇ ਅੱਗੇ ਤੁਰ ਰਹੀ ਹੁੰਦੀ ਹੈ। ਇਸੇ ਦੌਰਾਨ ਸਥਿਤੀ ਐਸੀ ਆ ਜਾਂਦੀ ਹੈ ਵੀ ਅਪ੍ਰੈਲ ਦੇ ਵਿੱਚ ਜਦੋਂ ਹਾਲਾਤ ਜਿਹੜੇ ਦਰਬਾਰ ਸਾਹਿਬ ਦੇ ਇੱਕ ਤਰੀਕੇ ਨਾਲ ਹੋਰ ਵਿਗੜਨੇ ਸ਼ੁਰੂ ਹੋ ਰਹੇ ਹੁੰਦੇ ਨੇ ਜਾਂ ਇਹ ਲੱਗ ਰਿਹਾ ਹੁੰਦਾ ਵੀ ਮਿਲੀਟੈਂਟ ਜਾਂ ਖਾੜਕੂ ਜਥੇਬੰਦੀਆਂ ਵੱਲੋਂ ਉਸੇ ਤਰੀਕੇ ਦਾ ਜਿਹੜਾ ਜਮਾਵੜਾ ਜਾਂ ਉਸੇ ਤਰੀਕੇ ਦੀ ਜਿਹੜੀ ਮੋਰਚਾਬੰਦੀ ਨਾ ਹੋ ਜਾਏ ਜੋ ਕਿ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਹੋਈ ਸੀ। ਉਸ ਹਾਲਾਤ ਦੇ ਵਿੱਚ ਕੇਂਦਰ ਸਰਕਾਰ ਵੱਲੋਂ JF ਰਿਬੇਰੋ ਨੂੰ ਪੰਜਾਬ ਦਾ DGP ਬਣਾ ਕੇ ਲਿਆਂਦਾ ਜਾਂਦਾ ਹੈ। ਸੋ ਅਪ੍ਰੈਲ 1986 ਦੇ ਵਿੱਚ JF ਰਿਬੇਰੋ ਪੰਜਾਬ ਦੇ DGP ਵਜੋਂ ਆਉਂਦੇ ਨੇ ਤੇ 30 ਅਪ੍ਰੈਲ ਨੂੰ ਇੱਕ ਐਸਾ ਆਪਰੇਸ਼ਨ ਕੀਤਾ ਜਾਂਦਾ ਹੈ, ਆਪਰੇਸ਼ਨ ਸਰਚ ਉਸ ਨੂੰ ਨਾਂ ਦਿੱਤਾ ਜਾਂਦਾ ਹੈ। ਕਾਫੀ ਕ੍ਰਿਟੀਕਲ ਆਪਰੇਸ਼ਨ ਹੁੰਦਾ ਹੈ ਆਪਰੇਸ਼ਨ ਸਰਚ ਜਿਸ ਦੇ ਤਹਿਤ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ ਖਾੜਕੂ ਜਥੇਬੰਦੀਆਂ ਜਾਂ ਮਿਲੀਟੈਂਟ ਐਲੀਮੈਂਟਸ ਤੋਂ ਖਾਲੀ ਕਰਵਾਇਆ ਜਾਣ ਦਾ ਇੱਕ ਟੀਚਾ ਹੁੰਦਾ ਹੈ। ਹਾਲਾਂਕਿ ਇਸ ਆਪਰੇਸ਼ਨ ਸਰਚ ਦਾ ਬਹੁਤ ਮੁਖਾਲਫਤ ਵੀ ਹੁੰਦੀ ਹੈ ਕਿਉਂਕਿ ਸਰਕਾਰ ਉਸ ਵਕਤ ਅਕਾਲੀ ਦਲ ਦੀ ਹੀ ਹੁੰਦੀ ਹੈ ਲੇਕਿਨ ਕੁਝ ਜ਼ਿਆਦਾ ਅਚੀਵ ਨਹੀਂ ਹੋ ਪਾਉਂਦਾ। ਬੇਸ਼ੱਕ ਫਿਰ ਦਰਬਾਰ ਸਾਹਿਬ ਨੂੰ ਟੈਂਪਰੇਰੀ ਤੌਰ ਤੇ ਮਿਲੀਟੈਂਟ ਜਿਹੜੀ ਜਥੇਬੰਦੀਆਂ ਵੱਲੋਂ ਮੁਕਤ ਕਰਵਾ ਲਿਆ ਗਿਆ ਹੁੰਦਾ ਹੈ। तो उस तरीके का खून खराबा जो कि ऑपरेशन ब्लू स्टार ਦੇ ਵਿੱਚ फौजी हमले ਦੇ ਵਿੱਚ ਹੋਇਆ ਹੁੰਦਾ ਹੈ। इस ऑपरेशन सर्च ਦੇ ਵਿੱਚ बहुत ही ਮੋਡਰੇਟ ਤੇ बहुत ही ਘੱਟ ਇੰਟੈਂਸਿਟੀ ਦਾ ਇੱਕ ਸਰਚ ਆਪਰੇਸ਼ਨ ਹੁੰਦਾ ਹੈ। जनवरी 1987 ਆਉਂਦਿਆਂ ਜਿਹੜੀ ਪੋਜੀਸ਼ਨ ਹੈ ਬਰਨਾਲਾ ਮਿਨਿਸਟਰੀ ਦੀ ਜਾਂ ਸੁਰਜੀਤ ਸਿੰਘ ਬਰਨਾਲਾ ਦੀ ਬਤੌਰ ਮੁੱਖ ਮੰਤਰੀ ਕਾਫੀ ਕਮਜ਼ੋਰ ਹੋ ਚੁੱਕੀ ਹੁੰਦੀ ਹੈ। ਉਹਨਾਂ ਕੋਲ ਥੱਲੜੇ ਲੈਵਲ ਤੇ ਮੈਂਡੇਟ ਕੱਟ ਹੋ ਚੁੱਕਾ ਹੁੰਦਾ ਹੈ। ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਬਗਾਵਤ ਹੋ ਚੁੱਕੀ ਹੁੰਦੀ ਹੈ। ਕੇਂਦਰ ਤੋਂ ਕੋਈ ਜ਼ਿਆਦਾ ਰਿਆਇਤਾਂ ਮਿਲ ਨਹੀਂ ਰਹੀਆਂ ਹੁੰਦੀਆਂ। ਆਪਰੇਸ਼ਨ ਸਰਚ ਨੇ ਹੋਰ ਜਿਹੜਾ ਨੁਕਸਾਨ ਹੈ
ਬਰਨਾਲਾ ਮਿਨਿਸਟਰੀ ਦਾ ਕੀਤਾ ਹੁੰਦਾ ਹੈ। ਲੌਂਗੋਵਾਲ ਹੋਣਾ ਦਾ ਜਿਹੜਾ ਕਲਾਊਟ ਹੈ ਉਹ ਹੁਣ ਉਹਦਾ ਜਲਵਾ ਖਤਮ ਹੋ ਚੁੱਕਾ ਹੁੰਦਾ ਹੈ। ਦੂਸਰੇ ਪਾਸੇ ਰਾਜੀਵ ਗਾਂਧੀ ਦੀ ਵੀ ਪੋਜੀਸ਼ਨ ਟਾਈਟ ਹੋ ਰਹੀ ਹੁੰਦੀ ਹੈ। 1986 ਦੇ ਸ਼ੁਰੂਆਤ ਦੇ ਵਿੱਚ ਹੀ 11 ਸੂਬਿਆਂ ਦੇ ਵਿੱਚ ਜਿਹੜੇ ਇਲੈਕਸ਼ਨ ਹੁੰਦੇ ਨੇ ਉਹਨਾਂ ਵਿੱਚ ਬਹੁਤ ਸੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਹਾਰ ਜਾਂਦੀ ਹੈ। 1987 ਆਉਂਦਿਆਂ ਕਈ ਬਾਈ ਇਲੈਕਸ਼ਨ ਆਉਂਦੇ ਨੇ, ਉਹਨਾਂ ਦੇ ਵਿੱਚ ਵੀ ਲਗਾਤਾਰ ਕਾਂਗਰਸ ਦੀ ਹਾਰ ਹੁੰਦੀ ਹੈ ਤੇ ਦੱਖਣੀ ਭਾਰਤ ਦੇ 4 ਐਸੇ ਸੂਬਿਆਂ ਦੇ ਇਲੈਕਸ਼ਨ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਚਾਰਾਂ ਤੋਂ ਚਾਰੋਂ ਕਾਂਗਰਸ ਹਾਰ ਜਾਂਦੀ ਹੈ। ਇਹ ਬਹੁਤ ਸਾਲਾਂ ਬਾਅਦ ਐਸਾ ਮੌਕਾ ਆਇਆ ਹੁੰਦਾ ਜਦੋਂ ਕਿ ਕਾਂਗਰਸ ਦੀ ਹਾਰ ਦੱਖਣੀ ਇਲਾਕਿਆਂ ਦੇ ਵਿੱਚ ਹੋਈ ਹੁੰਦੀ ਹੈ। ਸੋ ਰਾਜੀਵ ਗਾਂਧੀ ਦੀ ਪੋਜੀਸ਼ਨ ਟਾਈਟ ਹੋ ਰਹੀ ਹੁੰਦੀ ਹੈ 1986 ਤੇ 87 ਦੇ ਇਹਨਾਂ ਸਾਲਾਂ ਦੇ ਦੌਰਾਨ। ਦੂਸਰੇ ਪਾਸੇ ਜਿਹੜੇ ਉਹਨਾਂ ਦੇ ਖਜ਼ਾਨਾ ਮੰਤਰੀ VP ਸਿੰਘ ਹੈ ਉਹਨਾਂ ਵੱਲੋਂ ਵੀ ਤਰੀਕੇ ਦੀ ਓਪਨ ਰਿਵੋਲਟ ਕਰਤਾ ਜਾਂਦਾ ਉਹਨਾਂ ਦੇ ਖਿਲਾਫ। ਬੋਫੋਰਸ ਦਾ ਜਿਹੜਾ ਸਕੈਂਡਲ ਹੈ ਉਹ ਮੰਡਰਾ ਰਿਹਾ ਹੁੰਦਾ ਹੈ। ਸੋ ਰਾਜੀਵ ਪੂਰੀ ਤਵੱਜੋ ਜਿਹੜੀ ਹੈਗੀ ਹੈ ਉਹ ਹੁਣ ਰਾਜੀਵ ਲੌਂਗੋਵਾਲ ਅਕੋਰਡ ਦੇ ਪੱਖੋਂ ਨਹੀਂ ਦੇ ਪਾ ਰਹੇ ਹੁੰਦੇ, ਲੇਕਿਨ ਉਹਨਾਂ ਨੇ ਇਸ ਪੂਰੇ ਅਕੋਰਡ ਨੂੰ ਜਾਂ ਆਪਣੇ ਸਮਝੌਤੇ ਨੂੰ ਸਿਰੇ ਤੇ ਚੜਾਉਣ ਲਈ ਬਹੁਤ ਜ਼ੋਰ ਲਾਇਆ ਹੁੰਦਾ ਹੈ। ਇसी ਜ਼ੋਰ ਦਾ ਇੱਕ ਬਹੁਤ ਅਹਿਮ ਜਿਹੜਾ ਐਗਜ਼ਾਮਪਲ ਹੈ, ਉਦਾਹਰਣ ਹੁੰਦਾ ਹੈ, ਉਹ ਇਹ ਹੁੰਦਾ ਵੀ ਉਹਨਾਂ ਨੇ ਹਰਿਆਣਾ ਦੇ ਜਿਹੜੇ ਤਤਕਾਲੀ ਮੁੱਖ ਮੰਤਰੀ ਭਜਨ ਲਾਲ ਹੁੰਦੇ ਨੇ ਉਹਨਾਂ ਨੂੰ ਕਈ ਸਮਿਆਂ ਤੇ ਹੜਕਾਇਆ ਹੁੰਦਾ ਹੈ। ਸੋ ਮਚ ਸੋ ਵੀ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਭਜਨ ਲਾਲ ਹੁੰਦੇ ਨੇ ਉਹਨਾਂ ਨੂੰ 1986 ਦੇ ਵਿੱਚ ਰਾਜੀਵ ਗਾਂਧੀ ਵੱਲੋਂ ਸਾਫ਼ ਕਰਤਾ ਜਾਂਦਾ ਹੈ ਵੀ ਤੁਸੀਂ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਇਸਤੀਫਾ ਦਿਓ, ਜੋ ਕਿ ਉਹਨਾਂ ਨੂੰ ਦੇਣਾ ਪੈਂਦਾ ਹੈ। ਸੋ ਰਾਜੀਵ ਗਾਂਧੀ ਕਿਉਂਕਿ ਭਜਨ ਲਾਲ ਬਹੁਤ ਮੁਖਾਲਫਤ ਕਰ ਰਹੇ ਹੁੰਦੇ ਨੇ ਰਾਜੀਵ ਲੌਂਗੋਵਾਲ ਅਕੋਰਡ ਦੀ, ਇਸ ਵਾਸਤੇ ਈਵਨ ਭਜਨ ਲਾਲ ਨੂੰ ਮੁੱਖ ਮੰਤਰੀ ਪਦ ਤੋਂ ਹਟਾ ਦਿੰਦੇ ਨੇ, ਉਹਨਾਂ ਦੀ ਥਾਂ ਤੇ ਬੰਸੀ ਲਾਲ ਨੂੰ ਮੁੱਖ ਮੰਤਰੀ ਬਣਾਤਾ ਜਾਂਦਾ ਹੈ। ਸੋ ਰਾਜੀਵ ਗਾਂਧੀ ਦੀ ਜਿਹੜੀ ਕਮਿਟਮੈਂਟ ਹੈ ਲੌਂਗੋਵਾਲ ਰਾਜੀਵ ਅਕੋਰਡ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਲੇਕਿਨ ਉਹ ਇੱਕ ਵੱਖਰੀ ਗੱਲ ਹੁੰਦੀ ਹੈ ਵੀ ਉਹਨਾਂ ਦੀ ਕਮਿਟਮੈਂਟ ਆਪਣੀ ਜੋ ਮਰਜ਼ੀ ਹੋਵੇ, ਲੇਕਿਨ ਜ਼ਮੀਨੀ ਪੱਧਰ ਤੇ ਨਾ ਤਾਂ ਚੰਡੀਗੜ੍ਹ ਨੂੰ ਪੰਜਾਬ ਨੂੰ ਦਵਾਉਣ ਵਿੱਚ ਕਾਮਯਾਬ ਹੋਏ ਹੁੰਦੇ ਨੇ, ਨਾ ਹੀ ਪਾਣੀਆਂ ਦੇ ਮੁੱਦੇ ਨੂੰ ਕੁਝ ਉਹ ਰਿਜ਼ੋਲਵ ਕਰਵਾ ਪਾ ਰਹੇ ਹੁੰਦੇ ਨੇ। 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਜਸਟਿਸ ਰੰਗਨਾਥ ਮਿਸ਼ਰਾ ਦੀ ਜਿਹੜੇ ਕਮਿਸ਼ਨ ਵੱਲੋਂ ਇੱਕ ਰਿਪੋਰਟ ਆਈ ਹੁੰਦੀ ਹੈ ਉਸ ਦੇ ਵਿੱਚ ਵੀ ਕਾਂਗਰਸ ਨੂੰ ਕਲੀਨ ਚਿੱਟ ਦਿੱਤੀ ਗਈ ਹੁੰਦੀ ਹੈ। ਰਾਜੀਵ ਗਾਂਧੀ ਪ੍ਰਧਾਨ ਮੰਤਰੀ ਹੁੰਦੇ ਨੇ ਤਾਂ ਇਹ ਵੀ ਇੱਕ ਬਹੁਤ ਨੈਗੇਟਿਵਲੀ ਪੰਜਾਬ ਦੇ ਵਿੱਚ ਇਹਦਾ ਅਸਰ ਜਾਂਦਾ ਹੈ ਤੇ ਲੋਕਾਂ ਦੇ ਵਿੱਚ ਖਾਸ ਕਰਕੇ ਜਿਹੜੇ ਗਰਮ ਖਿਆਲੀ ਜਾਂ ਉਹ ਸਿੱਖ ਮਾਸਿਸ ਹੁੰਦੇ ਨੇ ਜਿਨ੍ਹਾਂ ਨੇ ਕਿ 1984 ਦੇ ਸਿੱਖ ਕਤਲੇਆਮ ਨੂੰ ਕੇਂਦਰ ਸਰਕਾਰ ਜਾਂ ਕਾਂਗਰਸ ਦੀ ਸਾਜ਼ਿਸ਼ ਮੰਨਿਆ ਹੁੰਦਾ ਹੈ ਜਾਂ ਮੰਨਦੇ ਹੁੰਦੇ ਨੇ, ਇਸ ਦੇ ਵਿੱਚ ਇੱਕ ਵਿਉਂਤਬੰਦੀ ਕਰਕੇ ਕਾਂਗਰਸ ਨੇ ਇੱਕ ਬਤੌਰ ਜਥੇਬੰਦੀ ਆਪਣੀ ਭੂਮਿਕਾ ਨਿਭਾਈ ਹੈ। ਉਹਨਾਂ ਨੂੰ ਲੱਗਦਾ ਹੈ ਵੀ ਇਹ ਸਿਰਫ ਇੱਕ ਦਿਖਾਵਾ ਹੋ ਰਿਹਾ ਹੈ। ਸੋ तमाम ਉਹ ਮਦਾਂ ਉਹ ਵਾਅਦੇ ਜਿਹੜੇ ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਹੁੰਦੇ ਨੇ ਇੱਕ ਤੋਂ ਬਾਅਦ ਇੱਕ ਧਾਰਾਸ਼ਾਹੀ ਹੁੰਦੇ ਜਾ ਰਹੇ ਹੁੰਦੇ ਨੇ। ਰਾਜੀਵ ਗਾਂਧੀ ਦੀ ਆਪਣੀ ਪੋਜੀਸ਼ਨ ਉੱਧਰ ਬਹੁਤ ਵੀਕ ਹੋ ਚੁੱਕੀ ਹੁੰਦੀ ਹੈ ਕੇਂਦਰ ਦੇ ਵਿੱਚ। ਇੱਧਰ ਸੁਰਜੀਤ ਸਿੰਘ ਬਰਨਾਲਾ ਦੀ ਮਿਨਿਸਟਰੀ ਦੀ ਜਿਹੜੀ ਪੋਜੀਸ਼ਨ ਹੈ ਉਹ ਲਗਾਤਾਰ ਵੀਕ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਸੂਬਿਆਂ ਦੇ ਦਰਮਿਆਨ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਲਈ 1986 ਦੇ ਵਿੱਚ ਇਰਾਡੀ ਜਿਹੜਾ ਕਮਿਸ਼ਨ ਹੈ ਉਸ ਨੂੰ ਵੀ ਇੱਕ ਕੌਨਫੀਡੈਂਸ ਬਿਲਡਿੰਗ ਮੈਜਰ ਦੇ ਤੌਰ ਤੇ ਰਾਜੀਵ ਗਾਂਧੀ ਸਰਕਾਰ ਵੱਲੋਂ ਸਥਾਪਿਤ ਕੀਤਾ ਜਾ ਚੁੱਕਾ ਹੁੰਦਾ ਹੈ। ਲੇਕਿਨ ਇਸ ਦੀ ਜਿਹੜੀ ਰਿਪੋਰਟ ਜਨਵਰੀ 1987 ਦੇ ਦੌਰਾਨ ਆਂਦੀ ਹੈ ਉਸ ਰਿਪੋਰਟ ਨੂੰ ਹੋਲਡ ਕਰ ਲਿਆ ਜਾਂਦਾ ਹੈ। ਹੁਣ ਉਸ ਨੂੰ ਹੋਲਡ ਕੀਤੇ ਜਾਣ ਦਾ ਇੱਕ ਮੁੱਖ ਮਕਸਦ ਰਾਜੀਵ ਗਾਂਧੀ ਸਰਕਾਰ ਦਾ ਇਹ ਹੁੰਦਾ ਹੈ ਕਿਉਂਕਿ ਇਸੇ ਸਾਲ ਯਾਨੀ ਕਿ 1987 ਦੇ ਸਾਲ ਦੇ ਵਿੱਚ ਹੀ ਜੂਨ ਦੇ ਵਿੱਚ ਹਰਿਆਣਾ ਦਾ ਚੋਣ ਹੋਣਾ ਹੁੰਦਾ ਹੈ। ਸੋ ਹਰਿਆਣਾ ਦੇ ਵਿੱਚ ਕਿਉਂਕਿ ਚੋਣ ਹੋਣਾ ਹੁੰਦਾ ਤੇ ਇਸ ਇਰਾਡੀ ਕਮਿਸ਼ਨ ਦਾ ਕੋਈ ਵੀ ਐਸੀ ਮਦ ਜੋ ਕਿ ਇਲੈਕਟੋਰਲ ਤੌਰ ਤੇ ਯਾਨੀ ਕਿ ਚੋਣ ਪੱਖੋਂ ਕਾਂਗਰਸ ਨੂੰ ਹਰਿਆਣਾ 'ਚ ਨੁਕਸਾਨ ਪਹੁੰਚਾ ਸਕਦੀ ਹੁੰਦੀ ਹੈ, ਇਹ ਬਹੁਤ ਵੱਡਾ ਫੈਕਟਰ ਹੁੰਦਾ ਹੈ ਜੋ ਕਿ ਰਾਜੀਵ ਗਾਂਧੀ ਦੇ ਜ਼ਿਹਨ ਵਿੱਚ ਹੁੰਦਾ ਹੈ। ਲਗਾਤਾਰ ਉਸ ਨੂੰ ਸਾਊਥ ਦੇ ਜਿਹੜੇ ਦੱਖਣੀ ਭਾਰਤ ਦੇ ਇਲਾਕਿਆਂ ਦੇ ਵਿੱਚ ਹਾਰ ਮਿਲੀ ਹੁੰਦੀ ਹੈ, ਸੂਬਿਆਂ ਦੇ ਵਿੱਚ ਹਾਰ ਮਿਲੀ ਹੁੰਦੀ ਹੈ। ਪਿਛਲੇ ਸਾਲ 1986 ਦੇ ਦੌਰਾਨ ਵੀ ਜਦੋਂ तमाम 11 ਸੂਬਿਆਂ ਦੇ ਵਿੱਚ ਇਲੈਕਸ਼ਨ ਹੋਏ ਹੁੰਦੇ ਨੇ ਉਸ ਵਿੱਚ ਵੀ ਕਾਂਗਰਸ ਹਾਰੀ ਹੁੰਦੀ ਹੈ ਤੇ ਪੋਜੀਸ਼ਨ ਕੋਈ ਜ਼ਿਆਦਾ ਚੋਣ ਪੱਖੋਂ ਚੰਗੀ ਨਹੀਂ ਹੁੰਦੀ। ਰਾਜੀਵ ਗਾਂਧੀ ਦੀ ਲੀਡਰਸ਼ਿਪ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਹੁੰਦੇ ਨੇ। ਉਸ ਹਾਲਾਤ ਦੇ ਵਿੱਚ ਹਰਿਆਣਾ ਦੇ ਵਿੱਚ ਇੱਕ ਹੋਰ ਸੂਬੇ ਦੇ ਵਿੱਚ ਆਉਣ ਵਾਲਾ ਚੋਣ ਹਾਰਨਾ ਨਹੀਂ ਚਾਹੁੰਦੇ ਹੁੰਦੇ ਰਾਜੀਵ ਗਾਂਧੀ। ਸੋ ਇਰਾਡੀ ਕਮਿਸ਼ਨ ਦੀ ਜਿਹੜੀ ਰਿਪੋਰਟ ਜਨਵਰੀ 1987 ਦੇ ਵਿੱਚ ਆਂਦੀ ਹੈ ਉਸ ਨੂੰ ਵੀ ਹੋਲਡ ਕਰ ਲਿਆ ਜਾਂਦਾ ਹੈ ਤੇ ਹਰਿਆਣਾ ਦੇ ਇਲੈਕਸ਼ਨ ਜਦ ਤੱਕ ਨਹੀਂ ਨਿਬੜ ਜਾਣੇ ਹੁੰਦੇ ਤਦ ਤੱਕ ਇਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਜਾਣਾ ਹੁੰਦਾ ਜਾਂ ਇਸ ਨੂੰ ਐਕਸੈਪਟ ਨਹੀਂ ਕੀਤਾ ਜਾਣਾ ਹੁੰਦਾ। ਸੋ ਇਸ ਤਰੀਕੇ ਦੇ ਜਿਹੜੇ ਡੀਲੇਟਰੀ ਟੈਕਟਿਕਸ ਜਾਂ ਪੈਂਤੜੇ ਹੁੰਦੇ ਨੇ ਉਹ ਕੇਂਦਰ ਸਰਕਾਰ ਵੱਲੋਂ ਲਗਾਤਾਰ ਖੇਡੇ ਜਾ ਰਹੇ ਹੁੰਦੇ ਨੇ। ਇੱਧਰ ਇੱਕ ਤੋਂ ਬਾਅਦ ਇੱਕ ਧਰਾਸ਼ਾਹੀ ਹੁੰਦੇ ਆਪਣੇ ਵਾਅਦਿਆਂ ਤੋਂ ਬਾਅਦ ਪੰਜਾਬ ਦੇ ਆਵਾਮ ਜਾਂ ਉਹ ਜਿਹੜੇ ਸਿੱਖ ਜਥੇਬੰਦੀਆਂ ਹੁੰਦੀਆਂ ਨੇ, ਈਵਨ ਅਕਾਲੀ ਦਲ ਦੀ ਬਹੁਤਾਤ ਲੀਡਰਸ਼ਿਪ ਇਹ ਮਹਿਸੂਸ ਕਰ ਚੁੱਕੀ ਹੁੰਦੀ ਹੈ ਵੀ ਕੇਂਦਰ ਸਰਕਾਰ ਉਹੀ ਧੋਖਾ ਇੱਕ ਵਾਰ ਪੰਜਾਬ ਨਾਲ ਦੁਬਾਰਾ ਕਰ ਰਹੀ ਹੈ ਜੋ ਕਿ 1947 ਤੋਂ ਬਾਅਦ ਲਗਾਤਾਰ ਨਹਿਰੂ ਦੇ ਟਾਈਮ ਤੋਂ ਹੁੰਦਾ ਆਇਆ, ਯਾਨੀ ਕਿ ਆਪਣੇ ਵਾਅਦਿਆਂ ਤੋਂ ਮੁਨਕਰ ਹੁੰਦਾ। ਸੋ ਇਸ ਪੂਰੀ ਸਥਿਤੀ ਦੇ ਵਿੱਚ ਮਿਲੀਟੈਂਸੀ ਦੀ ਜਿਹੜੀ ਮੂਵਮੈਂਟ ਹੈ ਉਹ ਇੱਕ ਵਾਰ ਦੁਬਾਰਾ ਸਿਰ ਚੁੱਕ ਚੁੱਕੀ ਹੁੰਦੀ ਹੈ ਤੇ ਕਈ ਐਸੀਆਂ ਵਾਰਦਾਤਾਂ ਵੀ ਸ਼ੁਰੂ ਹੋ ਚੁੱਕੀਆਂ ਹੁੰਦੀਆਂ ਜਿਸ ਤੋਂ ਬਾਅਦ ਕਿ ਹੁਣ ਸਮਝ ਨਹੀਂ ਆ ਰਿਹਾ ਹੁੰਦਾ ਵੀ ਪੂਰੇ ਮਾਮਲੇ ਨੂੰ ਕਿੱਥੇ ਲਿਜਾਇਆ ਜਾਵੇ। ਸੋ ਲੈ ਦੇ ਕੇ ਮਈ 1987 ਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਤਾ ਜਾਂਦਾ ਹੈ। ਕੁਝ ਹੱਦ ਤੱਕ ਇਸ ਰਾਸ਼ਟਰਪਤੀ ਸ਼ਾਸਨ ਨੂੰ ਜਾਂ ਲਾਗੂ ਕਰਨ ਦਾ ਮਕਸਦ ਤੇ ਮਨੋਰਥ ਅਗਲੇ ਮਹੀਨੇ ਹਰਿਆਣਾ ਦਾ ਚੋਣ ਹੈ ਉਸ ਦੇ ਵਿੱਚ ਵੀ ਇੱਕ ਮੈਸੇਜ ਭੇਜਣਾ ਹੁੰਦਾ ਹੈ। ਲੇਕਿਨ ਇੱਧਰ ਖਾੜਕੂ ਐਕਟੀਵਿਟੀਜ਼ ਵੱਧ ਰਹੀਆਂ ਹੁੰਦੀਆਂ ਨੇ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਤੇ ਟੌੜਾ ਵਰਗੇ ਜਿਹੜੇ ਲੀਡਰ ਹੈ ਉਹਨਾਂ ਨੂੰ ਵੀ ਜੇਲ੍ਹ ਵਿੱਚ ਪਾ ਦਿੱਤਾ ਗਿਆ ਹੁੰਦਾ ਕੁਝ ਮਹੀਨੇ ਪਹਿਲਾਂ ਦਸੰਬਰ 1986 ਦੇ ਆਸ-ਪਾਸ, ਕਿਉਂਕਿ ਕਿਹਾ ਜਾਂਦਾ ਹੈ ਵੀ ਉਹ ਵੀ ਗਰਮ ਖਿਆਲੀਆਂ ਜਾਂ ਫਿਰ ਖਾੜਕੂਆਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਹਾਲਾਤਾਂ ਦੇ ਵਿੱਚ ਇੱਕ ਮਾਹੌਲ ਐਸਾ ਬਣਾ ਦਿੱਤਾ ਜਾਂਦਾ ਹੈ ਵੀ ਪੰਜਾਬ ਦੇ ਵਿੱਚ ਇੱਕ ਵਾਰ ਫੇਰ
1985 ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਦੁਬਾਰਾ ਮਈ ਦੇ ਵਿੱਚ ਲਾਗੂ ਕਰਤਾ ਜਾਂਦਾ ਹੈ। ਲੇਕਿਨ ਮਈ ਤੋਂ ਅਗਲੇ ਮਹੀਨੇ ਜੂਨ 1987 ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜਾ ਇਲੈਕਸ਼ਨ ਹੁੰਦਾ ਹੈ ਉਸ ਦੇ ਵਿੱਚ ਆਪਣੇ तमाम ਇਹਨਾਂ ਪੈਂਤੜੇ ਨੂੰ ਅਪਣਾਉਣ ਦੇ ਬਾਵਜੂਦ ਬੁਰੀ ਤਰ੍ਹਾਂ ਕਾਂਗਰਸ ਦੀ ਹਾਰ ਹੁੰਦੀ ਹੈ। ਹਰਿਆਣਾ ਦੇ ਵਿੱਚ ਦੇਵੀ ਲਾਲ ਦੀ ਸਰਕਾਰ ਬਣ ਜਾਂਦੀ ਹੈ। ਦੇਵੀ ਲਾਲ ਦੀ ਸਰਕਾਰ ਜੋ ਕਿ ਪਹਿਲਾਂ ਤੋਂ ਹੀ ਰਾਜੀਵ ਲੌਂਗੋਵਾਲ ਅਕॉर्ड ਦੀ ਪੂਰਨ ਤੌਰ ਤੇ ਮੁਖਾਲਫਤ ਕਰਦੀ ਹੁੰਦੀ ਹੈ। ਯਾਨੀ ਕਿ ਇੱਕ ਐਸੀ ਸਰਕਾਰ ਹਰਿਆਣਾ ਦੇ ਵਿੱਚ ਆ ਚੁੱਕੀ ਹੁੰਦੀ ਹੈ ਜੋ ਕਿ ਕਿਸੇ ਵੀ ਹੱਦ ਤੱਕ ਕਾਂਗਰਸ ਦੇ ਕੰਟਰੋਲ ਵਿੱਚ ਨਹੀਂ ਹੁੰਦੀ, ਜਿਵੇਂ ਕਿ ਇਸ ਤੋਂ ਪਹਿਲਾਂ ਦੀ ਭਜਨ ਲਾਲ ਦੀ ਸਰਕਾਰ ਰਹੀ ਹੁੰਦੀ ਹੈ ਜਾਂ ਫਿਰ ਕੁਝ ਮਹੀਨੇ ਬੰਸੀ ਲਾਲ ਉਸ ਦੇ ਮੁੱਖ ਮੰਤਰੀ ਰਹੇ ਹੁੰਦੇ ਨੇ। ਲੇਕਿਨ ਇਹ ਸਮਝਣ ਵਾਲੀ ਗੱਲ ਹੁੰਦੀ ਹੈ ਵੀ ਰਾਜੀਵ ਗਾਂਧੀ ਤੇ ਹਰਚੰਦ ਸਿੰਘ ਲੌਂਗੋਵਾਲ ਦੇ ਇਸ ਸਮਝੌਤੇ ਦੇ ਵਿੱਚ ਬਹੁਤ ਸੀ ਐਸੀ ਧਿਰਾਂ ਜਿਹੜੀਆਂ ਸਨ ਉਹ ਇਸ ਸਮਝੌਤੇ ਦੇ ਵਿੱਚ ਨਾ ਤਾਂ ਗੱਲਬਾਤ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ, ਜਿਸ ਦੇ ਵਿੱਚ ਕਿ ਪੰਜਾਬ ਦੀ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਵੀ ਸ਼ਾਮਲ ਸੀ ਤੇ ਕਾਂਗਰਸ ਦੀ ਲੀਡਰਸ਼ਿਪ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਹਰਿਆਣਾ ਜਿਹੜਾ ਸੂਬਾ ਸੀ ਉਸ ਦੀ ਮੁਕੰਮਲ ਪੂਰੀ ਲੀਡਰਸ਼ਿਪ ਨੂੰ ਇਨਕਲੂਡਿੰਗ ਭਜਨ ਲਾਲ ਇਸ ਪੂਰੀ ਗੱਲਬਾਤ ਚੋਂ ਬਾਹਰ ਰੱਖਿਆ ਗਿਆ ਸੀ। ਰਾਜੀਵ ਲੌਂਗੋਵਾਲ ਅਕॉर्ड ਜਿਸ ਦੀ ਕਿ ਮੁਖਾਲਫਤ ਵਿਰੋਧੀ ਪਾਰਟੀਆਂ ਕਰ ਰਹੀਆਂ ਸੀ। ਲੇਕਿਨ ਜਦੋਂ ਹਰਿਆਣਾ ਦੇ ਵਿੱਚ ਦੇਵੀ ਲਾਲ ਦੀ ਸਰਕਾਰ ਆ ਚੁੱਕੀ ਹੁੰਦੀ ਹੈ, ਬਣ ਜਾਂਦੀ ਹੈ, ਜਿਨ੍ਹਾਂ ਨੇ ਕਿ ਇੱਕ ਧਈਆ ਕਰ ਰੱਖਿਆ ਹੁੰਦਾ ਹੈ, ਉਹਨਾਂ ਦਾ ਇੱਕ ਪ੍ਰੋਪਰ ਫਾਰਮਲ ਪੋਜੀਸ਼ਨ ਹੁੰਦੀ ਹੈ ਵੀ ਇਸ ਅਕॉर्ड ਨੂੰ ਕਿਸੇ ਵੀ ਸੂਰਤ ਵਿੱਚ ਲਾਗੂ ਨਹੀਂ ਹੋਣ ਦੇਣਗੇ। ਉਸ ਤੋਂ ਬਾਅਦ ਜੂਨ 1987 ਨੂੰ ਇਸ ਜਿਹੜਾ ਰਾਜੀਵ ਲੌਂਗੋਵਾਲ ਅਕॉर्ड ਹੈ ਉਸ ਨੂੰ ਅੰਤ ਮੰਨ ਲਿਆ ਜਾਂਦਾ ਹੈ, ਉਸ ਦਾ ਅੰਤ ਮੰਨ ਲਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਸਮਝੌਤੇ ਨੂੰ ਦੁਬਾਰਾ ਰਿਵਾਈਵ ਕਰੇ ਜਾਣ ਦੀ ਗੱਲਬਾਤ ਕਦੇ ਨਾ ਹੋਈ ਨਾ ਫਿਰ ਹੋਣੀ ਹੁੰਦੀ ਹੈ। ਸੋ ਅਸੀਂ ਦੇਖਿਆ ਵੀ ਇੱਕ ਐਸਾ ਸਮਝੌਤਾ ਜੋ ਕਿ 1985 ਦੇ ਪਹਿਲੇ 7 ਮਹੀਨਿਆਂ ਦੇ ਵਿੱਚ ਬਹੁਤ ਹੀ ਮਿਹਨਤ ਤੋਂ ਬਾਅਦ ਹਰਚੰਦ ਸਿੰਘ ਲੌਂਗੋਵਾਲ ਤੇ ਰਾਜੀਵ ਗਾਂਧੀ ਦੇ ਵਿੱਚ ਕੀਤਾ ਗਿਆ, ਉਸ ਨੂੰ ਬਾਅਦ ਦੇ ਵਿੱਚ ਆਉਣ ਵਾਲੇ 2 ਸਾਲਾਂ ਦੇ ਵਿੱਚ ਫਿਜ਼ਲ ਆਊਟ ਹੁੰਦਾ ਕਿਵੇਂ ਅਸੀਂ ਦੇਖਿਆ ਤੇ ਉਸ ਦੇ ਵਿੱਚ ਕਿਹੜੇ-ਕਿਹੜੇ ਸਿਆਸੀ ਜਿਹੜੇ ਫੈਕਟਰ ਸਨ ਐਟ ਪਲੇ ਸਨ। ਲੇਕਿਨ ਬਹੁਤ ਅਹਿਮ ਜਿਹੜੀ ਸਮਝ ਵਿੱਚ ਆਉਣ ਵਾਲੀ ਗੱਲ ਇਹ ਹੈ ਵੀ ਕੇਂਦਰ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਲਗਾਤਾਰ ਮੁਨਕਰ ਹੁੰਦੀ ਰਹੀ। ਹਾਲਾਂਕਿ ਇਹਦੇ ਪਿੱਛੇ ਬਹੁਤ ਸੀ ਮਜਬੂਰੀਆਂ ਰਾਜੀਵ ਗਾਂਧੀ ਸਰਕਾਰ ਦੀਆਂ ਰਹੀਆਂ ਹੋ ਸਕਦੀਆਂ ਨੇ। ਮੈਥਿਊ ਕਮਿਸ਼ਨ, ਵੈਂਕਟ ਰਮਈਆ ਕਮਿਸ਼ਨ, ਸੂਬਿਆਂ ਦੀ ਆਪਸ ਦੇ ਵਿੱਚ ਸਹਿਮਤੀ ਨਾ ਬਣਨਾ, ਇਲਾਕਿਆਂ ਨੂੰ ਲੈ ਕੇ ਹੋਰ ਸਾਰੀ ਗੱਲਾਂ ਬਾਤਾਂ ਨੂੰ ਲੈ ਕੇ ਆਊਟਸਟੈਂਡਿੰਗ ਇਸ਼ੂਜ਼ ਜਿਹੜੇ, ਇੱਕ ਚੀਜ਼ ਆਪਾਂ ਇਹ ਵੀ ਮੰਨ ਕੇ ਚੱਲ ਸਕਦੇ ਹਾਂ ਵੀ ਰਾਜੀਵ ਲੌਂਗੋਵਾਲ ਅਕॉर्ड ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਪੰਜਾਬ ਦੀਆਂ ਬਹੁਤ ਲੌਂਗ ਆਊਟਸਟੈਂਡਿੰਗ ਡਿਮਾਂਡਸ ਜਾਂ ਮੰਗਾਂ ਸਨ ਜਾਂ ਜਿਹੜੇ ਮਸਲੇ ਸਨ ਉਹਨਾਂ ਨੂੰ ਕੋਡੀਫਾਈ ਤਾਂ ਕਰ ਲਿਆ ਗਿਆ ਤੇ ਫੈਸਲੇ ਵੀ ਕਰ ਲਏ ਗਏ ਵੀ ਇਹ ਆਪਾਂ ਇਸ ਡੈਡਲਾਈਨ ਨੂੰ ਕੰਮ ਕਰਨੇ ਹੈਗੇ ਨੇ। ਲੇਕਿਨ ਇਹ ਆਈਡੀਆ ਨਹੀਂ ਸੀ ਵੀ ਉਹਦੇ ਲਈ ਜਿਹੜਾ ਧਰਾਤਲ ਦੇ ਉੱਤੇ ਸਪੋਰਟ ਬੇਸ ਅਵੇਲੇਬਲ ਹੈ ਜਾਂ ਨਹੀਂ ਹੈ। 2 ਲੋਕਾਂ ਦੇ ਆਪਸ ਦੇ ਵਿੱਚ ਹੋਇਆ ਫੈਸਲਾ ਕਿ 2 ਸੂਬਿਆਂ ਦੀ ਤਕਦੀਰ ਨੂੰ ਜਾਂ ਪੂਰੇ ਦੇਸ਼ ਦੀ ਤਕਦੀਰ ਨੂੰ ਬਦਲ ਸਕਦਾ ਹੈ। ਇੱਕ ਬਹੁਤ ਮੁੱਢਲਾ ਸਵਾਲ ਹੈ ਜੋ ਕਿ ਰਾਜੀਵ ਲੌਂਗੋਵਾਲ ਅਕॉर्ड ਦੀ ਨਾਕਾਮਯਾਬੀ ਤੋਂ ਖੜਾ ਹੁੰਦਾ ਹੈ, ਕਿਉਂਕਿ ਧਰਾਤਲ ਤੇ ਉਹ ਆਧਾਰ, ਉਹ ਸਪੋਰਟ ਨਾ ਤਾਂ ਅਵੇਲੇਬਲ ਸੀ, ਸਮਰਥਨ ਅਵੇਲੇਬਲ ਸੀ। ਸੋ ਵੀ ਜਿਹੜੀ ਮੁੱਖ ਸਿਆਸੀ ਧਿਰਾਂ ਸਨ ਉਹਨਾਂ ਦੇ ਵੀ ਬਹੁਤਾਤ ਲੀਡਰਸ਼ਿਪ ਨੂੰ ਇਸ ਰਾਜੀਵ ਲੌਂਗੋਵਾਲ ਅਕॉर्ड ਦੇ ਪੂਰੇ ਰਚਨਾ ਜਾਂ ਉਸ ਦੀ ਪੂਰੀ ਵਿਉਂਤਬੰਦੀ ਤੋਂ ਬਾਹਰ ਰੱਖਿਆ ਗਿਆ। ਸੋ ਰਿਤੇਸ਼ ਲੱਖੀ ਅਨਪਲੱਗਡ ਦੇ ਵਿੱਚ ਅੱਜ ਲਈ ਇੰਨਾ ਹੀ। ਹੋਰ ਵੀਡੀਓਜ਼ ਲਈ ਇੰਤਜ਼ਾਰ ਕਰੋ, ਸਾਡੇ ਨਾਲ ਜੁੜੇ ਰਹੋ। ਧੰਨਵਾਦ।